ਅੰਮ੍ਰਿਤ ਬਾਣੀ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸਾਧ ਸੰਗਤ ਜੀ ਆਓ, ਗੁਰੂ ਦਾ ਪ੍ਰਸ਼ਾਦ ਲਈਏ। ਗੁਰੂ ਸਾਹਿਬ ਸਾਨੂੰ ਅੱਜ 961 ਅੰਗ ਤੇ ਰਾਮਕਲੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹੀ ਦੀ ਵਾਰ ਹੈ। ਉਸ ਵਿੱਚ ਕੀ ਸਮਝਾ ਰਿਹਾ ਸਾਨੂੰ, ਉਹ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਆਓ ਪਹਿਲਾਂ ਅਰਦਾਸ ਕਰੀਏ, ਅਰਜ਼ੋਈਆਂ ਕਰੀਏ ਉਸ ਮਾਲਕ ਪ੍ਰਭੂ ਏਕ ਓਂਕਾਰ ਨੂੰ। ਮਿਹਰ ਕਰੋ, ਕਿਰਪਾ ਕਰੋ। ਸਾਨੂੰ ਬਾਣੀ ਪੜ੍ਹਨੀ, ਸਮਝਣੀ ਤੇ ਕਮਾਉਣੀ ਦੀ ਸ਼ਕਤੀ ਦੇਵੋ। ਜੋ ਬਾਣੀ ਕਹੇ ਉਹੀ ਹੀ ਕਰੀਏ। ਕੇਵਲ ਤੇ ਕੇਵਲ ਬਾਣੀ ਮੁਤਾਬਕ ਹੀ ਚੱਲੀਏ, ਹੋਰ ਕਿਸੇ ਦਾ ਕਹਿਣਾ ਨਾ ਮੰਨੀਏ, ਤਾਂ ਕਿ ਸਾਡਾ ਤੇਰੇ ਨਾਲ ਮਿਲਾਪ ਹੋ ਜਾਵੇ। ਤੇਰੇ ਮਿਲਾਪ ਨਾਲ ਮੇਰਾ ਮਨ ਰੱਜ ਜਾਵੇ, ਮੈਂ ਆਪਦੇ ਮਨ ਨੂੰ ਜਿੱਤ ਲਵਾਂ, ਮੇਰੇ ਔਗਣ ਨਿਕਲ ਜਾਣ ਤੇ ਚੰਗੇ ਗੁਣ ਆ ਜਾਣ ਮੇਰੇ ਕੋਲੇ। ਇਹ ਮੇਰੀ ਪ੍ਰਾਪਤੀ ਹੋਊਗੀ। ਪਰ ਮਿਹਰ ਕਰੋ, ਗੁਰੂ ਨਾਲ ਜੋੜੋ, ਗੁਰੂ ਨਾਲ ਭੇਟਾ ਕਰਾਓ, ਮਿਲਾਪ ਕਰਾਓ। ਸ਼ਲੋਕ ਮਹੱਲਾ ਪੰਜਵਾਂ। ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਵਿਹਾਵੇ। ਤੁਧ ਹੈ ਭਲਾ ਸੇ ਜਮ ਜਮ ਮਰਦੇ, ਤਿਨ ਕਦੇ ਨਾ ਚੁੱਕਨ ਹਾਵੇ। ਗੁਰੂ ਸਾਹਿਬ ਇਸ ਸ਼ਲੋਕ ਦੇ ਵਿੱਚ ਸਾਨੂੰ ਅਰਦਾਸ ਕਰਨ ਨੂੰ ਕਹਿ ਰਹੇ ਹੈ ਵੀ ਇਸ ਤਰ੍ਹਾਂ ਅਰਦਾਸ ਕਰਿਆ ਕਰੋ। ਇਹ ਅਰਦਾਸ ਕਰਨੀ ਵੀ ਆਪ ਹੁੰਦੀ ਹੈ, ਦੂਸਰੇ ਤੋਂ ਨਹੀਂ ਕਰਾਉਣੀਆਂ ਹੁੰਦੀਆਂ। ਆਪਦੇ ਪਿਤਾ ਤੋਂ ਆਪ ਮੰਗਣਾ ਹੁੰਦਾ। ਪਿਤਾ ਤੋਂ ਮੰਗਣ ਵਾਸਤੇ ਵਿੱਚ ਵਿਚਾਲੇ ਵਿਚੋਲਾ ਨਹੀਂ ਚਾਹੀਦਾ, ਪਰ ਗੁਰੂ ਦੀ ਮੱਤ ਲੈ ਕੇ ਆਪਦੇ ਪਿਤਾ ਤੋਂ ਮੰਗਣਾ ਹੁੰਦਾ ਵੀ ਕੀ ਮੰਗਣਾ ਹੈ। ਸਾਨੂੰ ਮੰਗਣਾ ਵੀ ਨਹੀਂ ਆਉਂਦਾ, ਗੁਰੂ ਦੱਸਦਾ ਵੀ ਆਹ ਮੰਗ। ਸਾਨੂੰ ਨਹੀਂ ਪਤਾ ਸਾਡੇ ਵਾਸਤੇ ਕਿਹੜੀ ਚੀਜ਼ ਵਧੀਆ ਇਸ ਦੁਨੀਆ 'ਚ। ਗੁਰੂ ਗ੍ਰੰਥ ਸਾਹਿਬ ਜੀ ਫਿਰ ਕਹਿੰਦੇ ਆ ਉਸ ਪਰਮਾਤਮਾ ਨੂੰ ਅਰਦਾਸਾਂ ਕਰੋ, ਹੇ ਸੁਆਮੀ ਕਿਰਪਾ ਕਰੋ। ਕੀ ਮੰਗਿਆ? ਮੈਂ ਸਾਧ ਸੰਗਤ ਦੇ ਵਿੱਚ ਰਹਿ ਕੇ ਮੇਰਾ ਜੀਵਨ ਬਤੀਤ ਹੋਵੇ, ਮੈਨੂੰ ਰੋਜ਼ ਸਾਧ ਸੰਗਤ ਮਿਲੇ, ਕਿਉਂਕਿ ਸਾਧ ਸੰਗਤ ਵੀ ਭਾਗਾਂ ਤੋਂ ਬਿਨਾਂ ਨਹੀਂ ਮਿਲਦੀ। ਅਸਲੀ ਸਾਧ ਸੰਗਤ ਜਿੱਥੇ ਏਕਮ ਦਾ ਨਾਮ ਵਖਿਆਣਿਆ ਜਾਵੇ, ਉਹਦੇ ਵਾਸਤੇ ਅਰਦਾਸਾਂ ਕਰਨੀਆਂ ਪੈਂਦੀਆਂ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸਤਸੰਗ ਮੈਲ ਭਰੀਜੇ। ਜੀ ਅੱਜ ਸਾਡੇ ਮੈਲ ਭਰਦੀ ਜਾ ਰਹੀ ਹੈ। ਆਪਦੇ ਯਾਨੀ ਸੰਗਤਾਂ ਵੀ ਕਰੀ ਜਾਂਦੇ, ਮੈਲ ਫੇਰ ਭਰੀ ਜਾਂਦੀ ਹੈ। ਜੇ ਸੰਗਤ ਕਰਕੇ ਮੈਲ ਭਰ ਰਹੀ ਹੈ ਤਾਂ ਇਹਦਾ ਮਤਲਬ ਸੰਗਤ ਸਾਡੀ ਨਹੀਂ ਹੋਈ। ਸਾਡੀ ਸੰਗਤ ਕਰਨ 'ਚ ਕੋਈ ਕਮੀ ਹੈ। ਸੰਗਤ ਕਰਨ ਦੇ ਨਾਲ ਤਾਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ, ਖੁਸ਼ੀਆਂ ਹੀ ਖੁਸ਼ੀਆਂ ਆ ਜਾਂਦੇ, ਖੇੜੇ ਆ ਜਾਂਦੇ, ਆਨੰਦ ਹੋ ਜਾਂਦਾ, ਮਨ ਐਂ ਟਹਿਕਦਾ ਰਹਿੰਦਾ, ਸਦਾ ਵਿਗਾਸ 'ਚ ਰਹਿੰਦਾ। ਫਿਰ ਕਹਿੰਦੇ ਜੋ ਮਨੁੱਖ ਤੈਥੋਂ ਵਿਛੜ ਜਾਂਦੇ ਆ, ਮੈਂ ਤੈਥੋਂ ਵਿਛੜਿਆ, ਇਸ ਕਰਕੇ ਸੰਗਤ ਮੰਗ ਰਿਹਾ, ਇਸ ਕਰਕੇ ਗੁਰੂ ਦਾ ਮਿਲਾਪ ਮੰਗ ਰਿਹਾ। ਤੁਦੇ ਭੋਲੇ ਸੇ ਜਮ ਜਮ ਮਰਦੇ, ਜਿਹੜੇ ਤੈਨੂੰ ਭੁੱਲ ਜਾਂਦੇ, ਤੈਨੂੰ ਵਿਸਰ ਜਾਂਦੇ, ਜਿਹੜੇ ਉਹਨਾਂ ਨੂੰ ਫਿਰ ਜਮ ਬੜੇ ਤੰਗ ਕਰਦੇ, ਤੇ ਮੈਨੂੰ ਵੀ ਕਰ ਰਹੇ ਆ। ਉਹਨਾਂ ਨੂੰ ਪੰਜੇ ਫਿਰ ਬੜਾ ਦੁੱਖ ਦਿੰਦੇ।
फिर वो एक सेकंड भी कदे सुखी नहीं होंगे, सारी उम्र है मर गए होंदी रहती है। हौंके लेंदे 24 घंटे पिसते रहते हैं ਜਿਹੜੇ ਤੈਨੂੰ ਭੁੱਲਦੇ। 24 घंटे चिंता दी, कदे मोह च, कदे लोभ च, कदे हंकार च, कदे काम च, कदे क्रोध च, इस तरह ही मन रजदा ही नहीं उन्होंने का। डर ते डर पैदा हो जाते, पर जदों तू याद आन लगा निडर बन जाते, जब तू याद आ गया संतोखी बन जाते हैं। मत धोती जाती उन्होंने दी। इस करके हुण असीं रीज़न भी दिता, मैं तेरी संगत क्यों दिना, मैनू तेरी संगत की क्यों लोड़ है, तेरे नाम की की लोड़ है, मैनू गुरु की की लोड़ है, क्योंकि मैं पंजां च मर रहा, पंजां ने मैनू घेरिया हुआ, चंगे पंजे मैनू सता रहे है। इस करके मैं भी भुलिया तो मेरे ते कृपा कर, मेहर करो, मैनू गुरु की संगत दे के आपदे नाल मिला लो, आपदा नाम देवो। ये अरदास है इस 2 लाइनां दे श्लोक दे विच ही। महला पंजवां। सतगुर सिमरो अपना, घट अवगट घट घाट, हर हर नाम जपंतियां, कोई ना बंदे वाट। गुरु साहब समझा रहे, कहते भी जो भी आदमी इत्थे पैदा होंदा है, माया उन्होंने पहले दिन घेरना शुरू कर लेंदी है, घेर लेंदी है, आपदे नाल जोड़ के परमात्मा नाल तोड़ लेंदी है, परमात्मा नूं भुला दिंदी है। जिवें जिवें परमात्मा नूं भुलदे जाने हैं, ये पंजां दे विच खुबदे जाने, होर कैद विच हुंदे जाने। रोज़ ये कैद वड्डी हुंदी जांदी है पंजां दी। पर गुरु साहब कहंदे फिर जे तुसीं इह चों निकलना है, तुसीं आपदे सतगुर कोले जाओ, गुरु ग्रंथ साहब कोले जाओ, ਉਹਦੇ ਤੋਂ हरि परमात्मा ਨੂੰ सिमरना सिख लो। पर ਕਿਹੜੇ ਨੂੰ सिमरना ਜਿਹੜਾ ਘਟ ਘਟ ਚ ਵਸਦਾ ਹੈ, ਕਣ ਕਣ ਚ ਵਸਦਾ, ਜਿਹੜਾ ਉਸ परमात्मा ਨੂੰ सिमरना ਸਿੱਖਣਾ ਹੈ। ਤੇ सिमरना भी अंदर ਹਿਰਦੇ ਚ ਹੈ, ਤੇ ਕਿੰਨਾ टाइम सिमरना है, उठद्या बहद्या हर वेले, खांदे पींदे सुत्या भी उन्होंने जपना है। जपना किनू है तो जपना किन्ना का है, सारा गुरु साहब ने दस दिता। पर उन्होंने सिमरना सतगुर तो बिना नहीं आउंदा, सतगुर तो बिना उसकी सोझी नहीं आउंदी। सतगुर पहला उसकी सोझी दे के उहदे बारे समझा के किवें वो घट घट दे विच वसदा है, सारी सानू नॉलेज दिंदा। फिर सानू क्लीयर हुंदा वाकया ही वो कण कण दे विच वस रहा, सानू महसूस हुंदा। फिर गुरु साहब कहंदे उहदा नाम जपना शुरू करोगे, उहदियां सिफतां शुरू करोगे, अंदरों परमात्मा नाल प्यार बनना शुरू हो जाता है। फिर गुरु साहब कहंदे जे इस तरीके नाल नाम जपना शुरू करोगे, उहदा तरीका पूरा सही होना चाहिए। जपना भी मान्य है, जपना भी किनू है, एक ओंकार नूं जिहड़ा हरेक कण कण दे विच वसदा है, ते जपना भी दिन रात है, उठदे बहिंदे खांदे पींदे काम करदे भी जपना उहनूं है। पर यह जपन का तरीका सतगुर श्री गुरु ग्रंथ साहब तो मिलूगा। ये नाल मिलाप करना पऊगा, इहदे नाल भेटा करनी पैंदी है, इहनूं पाउणा पैंदा। जे सतगुर नूं पावांगे तां आनंद च जावांगे, नहीं तो नहीं आनंद च जा सकते। सतगुर नूं पाउण वास्ते फिर मेहनत करनी पैंदी है, सतगुर दे शब्द ते विचार करना पैंदा है।
ਫਿਰ ਗੁਰੂ ਸਾਹਿਬ ਕਹਿੰਦੇ ਜੇ ਤੁਸੀਂ ਇਸ ਤਰ੍ਹਾਂ ਤੁਸੀਂ ਜਪੋਗੇ, ਤੁਹਾਨੂੰ ਨਹੀਂ ਕੋਈ ਬੰਨ੍ਹ ਸਕਦਾ, ਤੁਹਾਨੂੰ ਨਾ ਲੋਭ, ਨਾ ਮੋਹ, ਨਾ ਹੰਕਾਰ, ਪੰਜੇ ਪਾਸੇ ਹਟਦੇ ਜਾਂਦੇ। ਤੁਹਾਡੇ ਮਨ ਨੂੰ ਇਹ ਪੰਜਾ ਨਹੀਂ ਬੰਨ੍ਹ ਸਕਦੇ, ਛੁੱਟ ਜਾਂਦਾ ਹੈ। ਪਰ ਵੱਧਾ ਕਿਉਂ ਹੈ? ਇਹ ਮਨ ਨੂੰ ਇਹਨਾਂ ਨੇ ਵੱਧਾ ਕਿਵੇਂ? ਕਿਉਂਕਿ ਅਸੀਂ ਪਰਮਾਤਮਾ ਨੂੰ ਭੁੱਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਮਨ ਏਕਮ ਨੂੰ ਭੁੱਲਦਾ ਗਿਆ, ਲੋਭ ਮੋਹ ਹੰਕਾਰ ਨੂੰ ਯਾਦ ਕਰਦਾ ਗਿਆ, ਉਹਨਾਂ ਦੀ ਕੈਦ 'ਚ ਵੜਦਾ ਗਿਆ। ਗੁਰੂ ਸਾਹਿਬ ਫਿਰ ਦੁਬਾਰਾ ਉਸ ਪਰਮਾਤਮਾ ਨੂੰ ਯਾਦ ਕਰਾਉਣਾ ਸਿਖਾਉਣਗੇ। ਉਹਨੂੰ ਯਾਦ ਕਰਕੇ ਅਸੀਂ ਫਿਰ ਇਹਨਾਂ ਤੋਂ ਵਾਪਸ ਆਉਣਾ, ਨਿਕਲਣਾ। ਇਹ ਪੂਰਾ ਯੁੱਧ ਹੈ, ਪਰ ਇਹ ਛੇਤੀ ਕਿਤੇ ਨਿਕਲ ਨਹੀਂ ਦਿੰਦੇ। ਬਹੁਤ ਸ਼ਕਤੀਸ਼ਾਲੀ ਹੈ ਪੰਜੇ, ਪਰ ਗੁਰੂ ਤੇ ਪਰਮਾਤਮਾ ਸਾਡਾ ਸਭ ਤੋਂ ਸ਼ਕਤੀਸ਼ਾਲੀ ਹੈ। ਉਹਦੇ ਅੱਗੇ ਫਿਰ ਇਹ ਕੁਛ ਨਹੀਂ ਕਰ ਸਕਦੇ। ਪੌੜੀ 'ਚ ਫਿਰ ਗੁਰੂ ਸਾਹਿਬ ਕੀ ਕਹਿ ਰਹੇ ਹੈ? ਜਿੱਥੇ ਤੂੰ ਸਮਰੱਥ ਤਿੱਥੇ ਕੋਏ ਨਾਹੀਂ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਸੁਨ ਕੇ ਜਮ ਕੇ ਦੂਤ ਨਾਏ ਤੇਰੇ, ਛੱਡ ਜਾਏ ਪੌਜਲ ਬਿਖਮ ਅਸਗਾ ਗੁਰ ਸ਼ਬਦੀ, पार पाए जिनको लगी प्यास अमृत से ही खाए। कल में एहो पुन गुण गोबिंद गाए, सबसे नू कृपाल संभाले साहे साहे। बिरथा कोई न जाए, जे आए तुद आहे। गुरु साहब कहते भाई ਜਿਹੜੇ ਪੰਜ ਹੈ ਇਹ ਜਮਦੂਤ ਹੈ, ਬੜੇ ਬਹੁਤ ਸ਼ਕਤੀਸ਼ਾਲੀ ਹੈ। ਇਹਨਾਂ ਨੂੰ ਇਹ ਪੰਜਾਂ ਦਾ ਸਮੁੰਦਰ ਬਹੁਤ ਵੱਡਾ ਭੌਜਲ ਹੈ। ਇਹਨੂੰ ਤਰਨਾ ਬੜਾ ਔਖਾ ਹੈ। ਅਸੀਂ ਆਪਦੀ ਮੱਤ ਨਾਲ ਇਹਨਾਂ ਤੋਂ ਛੁੱਟ ਨਹੀਂ ਸਕਦੇ। ਭੌਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਏ। ਗੁਰੂ ਸਾਹਿਬ ਕਹਿੰਦੇ ਸੰਸਾਰ ਦੇ ਵਿੱਚ ਲੋਭ ਮੋਹ ਹੰਕਾਰ ਇਹ ਪੰਜੇ ਸਭ ਨੂੰ ਕੈਦ ਕਰ ਲੈਂਦੇ ਆ। ਇਹਦੇ ਤੋਂ ਨਿਕਲਣਾ ਬੜਾ ਔਖਾ ਹੈ, ਪਰ ਗੁਰੂ ਦਾ ਸ਼ਬਦ ਪਾਰ ਲੰਘਾ ਦਿੰਦਾ ਹੈ। ਹੁਣ ਬਾਣੀ ਮੁਤਾਬਕ ਚੱਲੀਏ ਤੇ ਹੋ ਨਹੀਂ ਸਕਦਾ ਵੀ ਪੰਜੇ ਸਾਡੇ ਕਾਬੂ ਨਾ ਆਉਣ। ਫਿਰ ਗੁਰੂ ਸਾਨੂੰ ਕਿਵੇਂ ਪੰਜਾਂ ਤੋਂ ਛਡਾਉਂਦਾ ਹੈ? ਗੁਰੂ ਸਾਹਿਬ ਕਹਿੰਦੇ ਜੇ ਮੇਰੇ ਸ਼ਬਦ ਦੇ ਆਖੇ ਲੱਗੋਗੇ, ਆ ਜਿਹੜੇ ਪੰਜਾਂ ਨੇ ਤੁਹਾਨੂੰ ਇੰਨਾ ਕੈਦ ਕੀਤਾ, ਇੰਨੇ ਦੁਖੀ ਕਰ ਰਹੇ, ਤੁਹਾਡੇ ਨੇੜੇ ਨਹੀਂ ਆਉਣਗੇ। ਗੁਰੂ ਸਾਹਿਬ ਕਹਿੰਦੇ ਜਿਹੜਾ ਮੇਰੇ ਆਖੇ ਲੱਗੂ ਉਹਦੇ ਨੇੜੇ ਤਾਂ ਨਹੀਂ ਆਉਣਗੇ, ਤੇ ਜਿਹੜਾ ਆਖੇ ਨਹੀਂ ਲੱਗੂਗਾ ਉਹਦੇ ਤੋਂ ਇੰਨਾ ਕੀ ਪਾਸੇ ਨਹੀਂ ਹਟਦੇ। ਪਰ ਗੁਰੂ ਸਾਹਿਬ ਕਹਿੰਦੇ ਭਾਈ ਮੈਂ ਤੁਹਾਨੂੰ ਪਰਮਾਤਮਾ ਮਾਲਕ ਦੇ ਨਾਮ ਦੇ ਨਾਲ ਜੋੜੂੰਗਾ। ਉਹ ਨਾਮ ਦੇ ਵਿੱਚ ਇੰਨੀ ਪਾਵਰ ਆ, ਉਹਦਾ ਨਾਮ ਸੁਣ ਕੇ ਤਾਂ ਪੰਜੇ ਭੱਜਦੇ ਜਾਂਦੇ, ਆਪਣੇ ਆਪ ਭੱਜਦੇ ਜਾਂਦੇ। ਇਹ ਜਮ ਦੇ ਦੂਤ ਤੈਨੂੰ ਛੱਡ ਜਾਂਦੇ ਆ, ਤੇਰੇ ਨੇੜੇ ਨਹੀਂ ਆਉਂਦੇ। ਪਰ ਕਿਹਦਾ ਨਾਂ? ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ। ਜਿੱਥੇ ਪਰਮਾਤਮਾ ਦਾ ਨਾਮ ਸਾਨੂੰ ਸਹਾਇਤਾ ਕਰ ਸਕਦਾ, ਉੱਥੇ ਕੋਈ ਸਹਾਇਤਾ ਨਹੀਂ ਕਰ ਸਕਦਾ। ਇਹ ਤਾਂ ਮਾਂ ਦੇ ਪੇਟ 'ਚ ਵੀ ਸਾਨੂੰ ਇਹਨੇ ਰੱਖਿਆ ਕੀਤੀ, ਉੱਥੇ ਵੀ ਅੱਗ ਸੀ, ਮਾਇਆ ਸੀ। ਹੁਣ ਗੁਰੂ ਸਾਹਿਬ ਕਹਿੰਦੇ ਬਾਹਰ ਫਿਰ ਉਹੀ ਤਰੀਕਾ ਲਾ ਲਓ, ਉੱਥੇ ਨਾਮ ਜਪਿਆ, ਇੱਥੇ ਜਪ ਲਓ। ਗੁਰੂ ਤਾਂ ਕਹਿੰਦੇ ਪਰਮਾਤਮਾ ਦਾ ਨਾਮ ਤਾਂ ਮਾਂ ਦੇ ਗਰਭ 'ਚ ਜਿੱਥੋਂ ਕੋਈ ਛਡਾ ਨਹੀਂ ਸਕਦਾ, ਉੱਥੇ ਸਾਡੀ ਰੱਖਿਆ ਕੀਤੀ।
ਤੇ ਅੱਜ ਵੀ ਸਾਨੂੰ ਆ ਪੰਜਾਂ ਤੋਂ ਛਡਾਊਗਾ। ਉਸ ਅੱਗ ਤੋਂ ਰੱਖਿਆ ਕੀਤੀ। ਤੇ ਹੁਣ ਅੱਜ ਵੀ ਤੁਹਾਨੂੰ ਜਿਹਨੇ ਪੰਜਾਂ ਨੇ ਘੇਰਿਆ, ਇਸ ਨਾਮ ਨੂੰ ਸੁਣ ਕੇ ਨੇੜੇ ਨਹੀਂ ਆਉਣਗੇ, ਭੱਜ ਜਾਣਗੇ। ਇਹ ਪੰਜੇ ਖਤਮ ਹੁੰਦੇ ਜਾਂਦੇ। ਹੁਣ ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਹੈ, ਬਾਣੀ ਪੜ੍ਹ ਕੇ, ਬਾਣੀ ਕਮਾ ਕੇ ਸਾਡੇ ਪੰਜੇ ਵੈਰੀ ਭੱਜਣਗੇ। ਇਹ 1.25 ਲੱਖ ਫੌਜ ਹੈ। ਇਹਦੇ ਨਾਲ ਸਾਨੂੰ ਇਕੱਲਿਆਂ ਨਹੀਂ ਲੜਨਾ ਪੈਂਦਾ, ਆਪੋ ਆਪਣੀ ਲੜਾਈ ਲੜਨੀ ਪੈਂਦੀ ਹੈ। ਪਰ ਗੁਰੂ ਨਾਮ ਦੇ ਰਾਹੀਂ ਲੜਾਉਂਦਾ ਹੈ। ਸੁਣ ਕੇ ਜਮ ਕੇ ਦੂਤ ਨਾ ਹੈ ਤੇਰਾ। ਗੁਰੂ ਸਾਹਿਬ ਕਹਿੰਦੇ ਜੇ ਤੁਹਾਨੂੰ ਉਹਦੀ ਸਿਫਾਰਿਸ਼ ਲਵਾਉਣੀ ਆ ਗਈ, ਬਸ ਤੁਸੀਂ ਇਹ ਕਹਿ ਦਿਓ ਮੈਂ ਉਸ ਪਰਮਾਤਮਾ ਦਾ ਬੰਦਾ ਭਾਈ, ਮੈਨੂੰ ਨਾ ਛੇੜੋ। ਨਹੀਂ ਛੇੜਦੇ, ਨਹੀਂ ਨੇੜੇ ਆਉਂਦੇ। ਜਿਵੇਂ ਅਸੀਂ ਦੁਨੀਆਦਾਰੀ ਦੇ ਵਿੱਚ ਕੋਈ ਫਸ ਜਾਂਦੇ, ਅਸੀਂ ਸਿਫਾਰਿਸ਼ ਲਾਉਂਦੇ, ਨਾਮ ਲੈਂਦੇ ਜੀ ਮੈਂ ਉਹਦਾ ਰਿਸ਼ਤੇਦਾਰ ਹੈ, ਫਿਰ ਸਾਡੀ ਉੱਥੇ ਕੋਈ ਰਹਿਤ ਹੋ ਜਾਂਦੀ ਉਹਦੇ ਨਾਮ ਦੇ ਨਾਲ, ਜੇ ਕੋਈ ਉਹਦੀ ਚੱਲਦੀ ਹੋਵੇ ਤਾਂ। ਇਵੇਂ ਇੱਥੇ ਪਰਮਾਤਮਾ ਦੀ ਬਹੁਤ ਚੱਲਦੀ, ਉਹਦਾ ਨਾਮ ਬੜਾ ਚੱਲਦਾ ਹੈ, ਪਰ ਉਹਦੀ ਸਿਫਾਰਿਸ਼ ਤਾਂ ਲਾਉਣੀ ਪੈਂਦੀ ਵੀ ਮੈਂ ਉਹਦਾ ਬੰਦਾ। ਫਿਰ ਉਹਦਾ ਨਾਂ ਸੁਣ ਕੇ ਨੇੜੇ ਨਹੀਂ ਆਉਂਦੇ, ਸਲੂਟ ਮਾਰਨ ਲੱਗ ਜਾਂਦੇ ਇਹ। ਪਰ ਗੁਰੂ ਸਾਹਿਬ ਕਹਿੰਦੇ ਇਹਨਾਂ ਤੋਂ ਛੁੱਟਣਾ ਵੀ ਬੜੀ ਮੋਟੀ ਗੱਲ ਨਹੀਂ ਹੈ। ਭੌਜਲ ਬਿਖਮ ਅਸਗਾ, ਬਹੁਤ ਵੱਡਾ ਭਿਆਨਕ ਸਮੁੰਦਰ ਹੈ ਇਹ ਪੰਜਾਂ ਦਾ। ਗੁਰ ਸ਼ਬਦ ਹੀ ਪਾਰ ਪਏ, ਪਰ ਗੁਰੂ ਦੇ ਸ਼ਬਦ ਨਾਲ 100% ਹੀ ਪਾਰ ਹੁੰਦਾ। ਪਰ ਅੱਜ ਵੇਖੀਏ ਗੁਰੂ ਦੇ ਸ਼ਬਦ ਨਾਲ ਕਿੰਨੇ ਕੁ ਪਾਰ ਪਏ ਆ। ਪਰ ਗੁਰੂ ਦਾ ਸ਼ਬਦ ਲਗਾਉਂਦਾ ਹਰੇਕ ਨੂੰ, ਪਰ ਲੰਘੇ ਕਿੰਨੇ ਕੁ ਹੈ, ਬਹੁਤ ਘੱਟ ਹੈ। ਵਿਰਲੇ ਹੀ ਮਿਲਣਗੇ। ਗੁਰੂ ਸਾਹਿਬ ਕਹਿੰਦੇ ਮੇਰੇ ਆਖੇ ਲੱਗਣ ਵਾਲੇ ਵਿਰਲੇ ਆ ਭਾਈ, ਤੇ ਵਿਰਲੇ ਹੀ ਰਹਿਣੇ ਹੈਨ ਵਿਰਲੇ ਨਾਹੀਨ ਕਨੇ। ਗੁਰੂ ਸਾਹਿਬ ਕਹਿੰਦੇ ਸਾਡੀ ਫੌਜ ਭਾਈ ਵਿਰਲੀ ਹੈ, ਪਰ ਹੈ ਬੜੀ ਵੱਖਰੀ ਹੈ। ਪਰ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ। ਪਰ ਗੁਰੂ ਦੇ ਸ਼ਬਦ ਰਾਹੀਂ ਪਹਿਲਾਂ ਸਾਨੂੰ ਪਿਆਸ ਲੱਗਦੀ ਹੈ, ਬਾਣੀ ਪੜ੍ਹ ਕੇ ਪਰਮਾਤਮਾ ਨੂੰ ਪਾਉਣ ਦੀ ਪਿਆਸ ਲੱਗੂਗੀ। ਜੇ ਬਾਣੀ ਪੜ੍ਹ ਕੇ ਸਾਨੂੰ ਪਿਆਸ ਲੱਗ ਗਈ, ਸੁਣ ਲਓ ਅਸੀਂ ਬਹੁਤ ਕੁਛ ਪਾ ਲਿਆ ਹੈਗਾ। ਬਾਣੀ ਪੜ੍ਹ ਕੇ ਸਾਨੂੰ ਪਿਆਸ ਲੱਗਣੀ ਚਾਹੀਦੀ ਹੈ। ਗੁਰੂ ਦੇ ਸ਼ਬਦ ਸਾਨੂੰ ਤੀਰ ਵਾਂਗੂ ਲੱਗਣੇ ਚਾਹੀਦੇ ਆ। ਜਦੋਂ ਬਾਣੀ ਸਾਨੂੰ ਤੀਰ ਵਾਂਗੂ ਲੱਗੂਗੀ ਤਾਂ ਅੰਦਰੋਂ ਪਿਆਸ ਲੱਗੂਗੀ, ਬਹੁਤ ਘਣੀ ਪਿਆਸ ਲੱਗਦੀ ਹੈ। ਫਿਰ ਇਸ ਤਰ੍ਹਾਂ ਦਾ ਸ਼ਬਦ ਇੱਕ 835 ਅੰਗ ਤੇ ਬਿਲਕੁਲ ਨੀਚੇ ਹੈਗਾ। ਉੱਥੇ ਚੌਥੇ ਪਾਤਸ਼ਾਹ ਬਿਲਾਵਲ ਰਾਗ ਦੇ ਵਿੱਚ ਕਹਿੰਦੇ ਆ, ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਗੁਰੂ ਸਾਹਿਬ ਕਹਿੰਦੇ ਗੁਰੂ ਦੇ ਬਚਨ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਜੇ ਇਹ ਤੁਹਾਡਾ ਮਨ ਸੁਣ ਲਵੇ ਤੇ ਤੀਰ ਵਾਂਗੂ ਲੱਗਣ ਗੁਰੂ ਦੇ ਬੋਲ, ਗੁਰੂ ਦੇ ਬਚਨ, ਤੇ ਫਿਰ ਕੀ ਹੁੰਦਾ ਹੈ, ਮਨ ਦੇ ਵਿੱਚ ਪਿਆਸ ਉੱਠਦੀ ਹੈ, ਬਹੁਤ ਘਨੇਰੀ ਵੱਡੀ ਪਿਆਸ ਉੱਠਦੀ ਹੈ। ਪਰ ਉੱਠਦੀ ਕਿਹਦੀ ਹੈ? ਪਰਮਾਤਮਾ ਪ੍ਰਭ ਕੇਰੀ, ਪਰਮਾਤਮਾ ਨੂੰ ਪਾਉਣ ਦੀ ਪਿਆਸ ਲੱਗਦੀ ਹੈ। ਫਿਰ ਉਹ ਪਿਆਸ ਮਨ ਨੂੰ ਹੀ ਪਤਾ ਹੁੰਦਾ ਕਿੰਨੀ ਕੁ ਹੈ। ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਪਰਈਆ। ਫਿਰ ਗੁਰੂ ਸਾਹਿਬ ਕਹਿੰਦੇ ਜਦੋਂ ਅੰਦਰੋਂ ਪਿਆਸ ਲੱਗਦੀ ਹੈ ਉਸ ਮਾਲਕ ਪਰਮਾਤਮਾ ਦੀ, ਫਿਰ ਮਨ ਹੀ ਦੱਸ ਸਕਦਾ ਵੀ ਕਿੰਨੀ ਕੁ ਪਿਆਸ ਹੈ। ਫਿਰ ਪਿਆਸ ਇਹ ਵੱਧਦੀ ਜਾਂਦੀ ਹੈ। ਇੱਥੇ ਵੀ ਗੁਰੂ ਸਾਹਿਬ ਕਹਿੰਦੇ ਗੁਰ ਸ਼ਬਦ ਪਾਰ ਕਿਵੇਂ ਲਗਾਉਂਦਾ ਹੈ ਸਾਨੂੰ ਪੰਜਾਂ ਤੋਂ। ਗੁਰੂ ਦਾ ਸ਼ਬਦ ਪੜ੍ਹ ਕੇ ਫਿਰ ਪਿਆਸ ਲੱਗਦੀ ਹੈ ਉਸ ਪਰਮਾਤਮਾ ਦੀ। ਫਿਰ ਜਿਹਨੂੰ ਪਿਆਸ ਲੱਗੂ ਉਹੀ ਪਾ ਸਕਦਾ, ਦੂਜਾ ਨਹੀਂ। ਸੱਚਾ ਨਾਮ ਲੈਣਾ ਕਿਉਂ ਔਖਾ? ਇਹਦੀ ਪਿਆਸ ਹੀ ਨਹੀਂ ਲੱਗਦੀ। ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੇ ਭੂਖ, ਇਤ ਭੂਖੇ ਖਾਏ ਚੱਲੀਏ ਦੁੱਖ। ਗੁਰੂ ਸਾਹਿਬ ਕਹਿੰਦੇ ਔਖਾ ਇਸ ਵਾਸਤੇ ਤੁਹਾਨੂੰ ਭੁੱਖ ਨਹੀਂ ਲੱਗਣੀ ਛੇਤੀ ਕਿਤੇ। ਤੁਹਾਨੂੰ ਦੁਨਿਆਵੀ
ਪਦਾਰਥਾਂ ਦੀ ਭੁੱਖ ਹੀ ਲੱਗੀ ਰਹੂਗੀ। ਪਰ ਬਾਣੀ ਪੜ੍ਹ ਕੇ ਸਾਨੂੰ ਹਰੇਕ ਨੂੰ ਕਲੀਅਰ ਹੋਣਾ ਚਾਹੀਦਾ ਵੀ ਪਰਮਾਤਮਾ ਨੂੰ ਪਾਉਣ ਦੀ ਭੁੱਖ ਲੱਗਣੀ ਚਾਹੀਦੀ ਹੈ। ਜਿਹਨੂੰ ਭੁੱਖ ਲੱਗਦੀ ਹੈ ਉਹ ਫਿਰ ਅੰਮ੍ਰਿਤ ਪੀਂਦਾ ਹੀ ਪੀਂਦਾ, ਉਹਨੂੰ ਨਾਮ ਮਿਲਦਾ ਹੀ ਮਿਲਦਾ। ਜਿਨ ਕੋ ਲੱਗੀ ਪਿਆਸ। ਹੁਣ ਦੇਖੋ ਬਾਣੀ ਬਹੁਤ ਜ਼ਿਆਦਾ ਪੜ੍ਹ ਰਹੇ ਪਰ ਪਿਆਸ ਲੱਗਣ ਵਾਲੇ ਬਥੇਰੇ ਨਹੀਂ ਹੈ, ਬਹੁਤ ਘੱਟ ਆ, ਵਿਰਲੇ ਹੀ ਹੈ। ਜਿਹੜੇ ਗੁਰੂ ਨੂੰ ਸਮਰਪਣ ਹੋ ਕੇ ਪੜ੍ਹਦੇ, ਜਿਹੜਿਆਂ ਦੀ ਮੈਂ ਬਾਣੀ ਮੁਤਾਬਕ ਚੱਲਣਾ, ਉਹਨਾਂ ਨੂੰ ਲੱਗਦੀ ਹੈ ਪਿਆਸ, ਦੂਜਿਆਂ ਨੂੰ ਨਹੀਂ। ਜਿਹੜੇ ਗਿਣਤੀ ਮਿਣਤੀ ਦੇ ਪਾਠ ਕਰਦੇ ਉਹਨਾਂ ਨੂੰ ਪਿਆਸ ਨਹੀਂ ਲੱਗ ਸਕਦੀ। ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਮੈਂ ਦੇਣਾ, ਪਰ ਅੰਮ੍ਰਿਤ ਉਸੇ ਨੂੰ ਮਿਲੂਗਾ ਜਿਹਨੂੰ ਪਿਆਸ ਹੋ ਗਈ। ਜਿਹਨੂੰ ਪਿਆਸ ਹੁੰਦੀ ਹੈ ਫਿਰ ਸਿਰ ਵੀ ਦੇ ਦਿੰਦਾ, ਉਹ ਗੁਰੂ ਦੇ ਆਖੇ ਲੱਗ ਜਾਂਦਾ ਹੈ। ਫਿਰ ਗੁਰੂ ਸਾਹਿਬ ਕਹਿੰਦੇ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਕੀ ਹੈ? ਅਸੀਂ ਪੁੰਨ ਕਰਨਾ ਹੈ। ਕਲਯੁਗ 'ਚ ਫਸੇ ਹਾਂ, ਪੁੰਨ ਕਰਕੇ ਨਿਕਲ ਸਕਦੇ ਹਾਂ, ਪਰ ਪੁੰਨ ਸਾਡਾ ਵੱਖਰਾ ਹੈ। ਇਹ ਪੁੰਨ ਗਰੀਬ ਤੋਂ ਗਰੀਬ ਵੀ ਕਰ ਸਕਦਾ ਹੈ। ਕਲ ਮੇ ਇਹੋ ਪੁੰਨ ਗੁਣ ਗੋਬਿੰਦ ਗਾਏ। ਬਸ ਗੁਰੂ ਸਾਹਿਬ ਕਹਿੰਦੇ ਕਲਯੁਗ 'ਚ ਫਸੇ ਹੋ, ਹੁਣ ਇੱਥੋਂ ਨਿਕਲਣ ਵਾਸਤੇ ਤੁਹਾਨੂੰ ਪੁੰਨ ਕਰਨਾ ਪਊ, ਬਹੁਤ ਵੱਡਾ ਪੁੰਨ ਕਰਨਾ ਪਊਗਾ। ਪਰ ਵੱਡਾ ਪੁੰਨ ਕਿਹੜਾ ਹੈਗਾ? ਗੁਣ ਗੋਬਿੰਦ ਗਾਏ। ਹੁਣ ਗੋਬਿੰਦ ਦੇ ਗੁਣ ਗਾਣੇ ਅਸੀਂ, ਤੇ ਬਾਣੀ ਸਾਨੂੰ ਗੋਬਿੰਦ ਬਾਰੇ ਦੱਸ ਰਹੀ ਹੈ ਤੇ ਉਹਦੇ ਗੁਣਾਂ ਬਾਰੇ ਦੱਸ ਰਹੀ ਹੈ, ਤੇ ਕਿਵੇਂ ਗਾਉਣੇ ਹੈ ਇਹ ਬੜੀ ਡਿਟੇਲ ਸਮਝਾ ਰਹੇ ਹੈ। ਪਰ ਨੌਵੇਂ ਪਾਤਸ਼ਾਹ ਵੀ ਆਦੇ ਭਾਈ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕੋ ਨਾਨਕ ਹਰ ਭਜ ਮਨਾ, ਜੈ ਬਿਦ ਜਲ ਕੋ ਮੀਨ। ਕਹਿੰਦੇ ਜੇ ਮੱਛੀ ਪਰਮਾਤਮਾ ਪਾਣੀ ਨੂੰ ਜਪਦੀ, ਉਵੇਂ ਅਸੀਂ ਪਰਮਾਤਮਾ ਨੂੰ ਯਾਦ ਕਰਨਾ, ਉਹਦੇ ਗੁਣ ਗਾਉਣੇ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਭਾਈ ਗੁਣ ਗਾਉਣੇ ਤੇ ਅੱਗੇ ਕਿਸੇ ਨੂੰ ਗਾਉਣੇ, ਇਹ ਹੀ ਵੱਡਾ ਪੁੰਨ ਹੈ। ਪਰਮਾਤਮਾ ਦੀਆਂ ਸਿਫਤਾਂ ਕਰਨੀਆਂ ਤੇ ਦੂਜੇ ਨੂੰ ਵੀ ਕਹਿਣਾ ਵੀ ਕਰੋ ਆਓ, ਇਦੋਂ ਵੱਡਾ ਪੁੰਨ ਕੋਈ ਨਹੀਂ ਹੈ। ਇਹ ਪੁੰਨ ਕਰਨ ਦੀ ਕੋਸ਼ਿਸ਼ ਕਰੀਏ, ਆਪ ਵੀ ਜਪੀਏ ਤੇ ਦੂਜਿਆਂ ਨੂੰ ਵੀ ਜਪਾਈਏ। ਸਭ ਨੂੰ ਕਿਰਪਾਲ ਸੰਭਾਲੇ ਸਾਹੇ ਸਾਏ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੋ ਦਾਏ। ਗੁਰੂ ਸਾਹਿਬ ਕਹਿੰਦੇ ਉਹ ਪਰਮਾਤਮਾ ਐਡਾ ਦਿਆਲੂ ਆ, ਇੰਨਾ ਦਿਆਲੂ ਆ, ਜਿਹੜਾ ਉਹਦੇ ਆ ਕੇ ਦਰ 'ਤੇ ਉਹਦਾ ਨਾਮ ਮੰਗਦਾ ਕਿਸੇ ਨੂੰ ਖਾਲੀ ਨਹੀਂ ਮੋੜਦਾ। ਦਿਆਲੂ ਹੀ ਇਹਨਾਂ ਤੇ ਨਾਮ ਵੀ ਵਾਧੂ ਉਹਦੇ ਕੋਲ ਪਿਆ, ਕਿਸੇ ਨੂੰ ਖਾਲੀ ਨਹੀਂ ਮੋੜਦਾ, ਵਿਰਥਾ ਨਹੀਂ ਜਾਂਦਾ ਉਹਦੇ ਤੋਂ। ਪਰ ਉਹ ਤੋਂ ਮੰਗਣ ਨਾ ਆਉਂਦਾ ਹੀ ਨਹੀਂ ਕਿਸੇ ਨੂੰ। ਜਿਹੜਾ ਤੋਂ ਨਾਮ ਮੰਗੂਗਾ ਉਹਨੂੰ ਦੇਣਾ ਹੀ ਦੇਣਾ, ਜਿਹੜਾ ਉਹਦੀ ਸ਼ਰਨ ਲਊਗਾ ਉਹਦੀ ਸਹਾਇਤਾ ਕਰਨੀ ਉਹਨੇ। ਉਹਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਉਹਦਾ ਸਾਰਿਆਂ ਤੇ ਦਿਆਲੂ ਆ। ਮਾੜੇ ਤੋਂ ਮਾੜੇ ਕੰਮ ਕਰਨ ਵਾਲੇ ਨੂੰ ਵੀ ਸਭ ਕੁਝ ਦੇ ਰਿਹਾ, ਖੁਰਾਕ ਦੇ ਰਿਹਾ, ਹਵਾ ਪਾਣੀ ਦੇ ਰਿਹਾ, ਸਾਰੇ ਜੀਆਂ ਨੂੰ ਸਵਾਸ ਸੰਭਾਲਦਾ ਹੈ। ਪੱਥਰਾਂ 'ਚ ਜੀ ਪੈਦਾ ਕੀਤੇ ਉਹਨਾਂ ਨੂੰ ਵੀ ਖੁਰਾਕ ਦਿੰਦਾ ਉਹਦਾ। ਤੇ ਤੁਸੀਂ ਉਹ ਤੋਂ ਕੇਵਲ ਨਾਮ ਮੰਗਣਾ ਹੈ ਤੇ ਤੁਹਾਨੂੰ ਵੀ ਖਾਲੀ ਨਹੀਂ ਮੋੜੂਗਾ। ਤੇ ਨਾਮ ਤਾਂ ਸਾਰੀ ਦੁਨੀਆ ਦੇ ਖਜ਼ਾਨੇ ਮਿਲ ਜਾਂਦੇ ਨਾਮ ਦੇ ਨਾਲ। ਅਸੀਂ ਨਾਮ ਮੰਗ ਕੇ ਸਾਰੀ ਦੁਨੀਆ ਦੇ ਖਜ਼ਾਨੇ ਲੈਣੇ ਆ। ਸ਼ਲੋਕ ਮਹਲਾ। ਸੁਖ ਗਾਤੇ ਤੂੰ